ਝੋਨੇ ਦੀ ਫਸਲ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਤਾਂ ਫਸਲ ਲੈ ਕੇ ਕਿਸਾਨ ਮੰਡੀਆਂ 'ਚ ਪਹੁੰਚਣੇ ਸ਼ੁਰੂ ਹੋ ਗਏ ਹਨ। ਮੰਡੀਆਂ ਦੇ ਵਿੱਚ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਖਰੀਦ ਦਾ ਜਿਹੜਾ ਟਾਈਮ ਹੈ ਉਹ ਵੀ ਚੱਲਦਾ ਦਿਖਾਈ ਦੇ ਰਿਹਾ ਹੈ ਤੇ ਨਾਲ ਹੀ ਤੁਲਾਈ ਦਾ ਵੀ ਕੰਮ ਪੂਰੇ ਪੁਖਤਾ ਪ੍ਰਬੰਧਾਂ ਨਾਲ ਚੱਲਦਾ ਦਿਖਾਈ ਦੇ ਰਿਹਾ ਹੈ। ਪਰ ਜਿਸ ਮੰਡੀ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾਉਣੀਆਂ ਚਾਹੁੰਦਾ ਹਾਂ, ਇਹ ਹੈ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਬਟਾਲਾ ਅਨਾਜ ਮੰਡੀ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੰਡੀ ਦੇ ਵਿੱਚ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਕਿਸਾਨ ਫਸਲ ਲੈ ਕੇ ਪਹੁੰਚਦੇ ਦਿਖਾਈ ਦੇ ਰਹੇ ਹਨ। ਮੰਡੀ ਦੇ ਵਿੱਚ ਤਿਲ ਸੁੱਟਣ ਨੂੰ ਜਗ੍ਹਾ ਨਹੀਂ ਬਚੀ। ਕਿਤੇ ਨਾ ਕਿਤੇ ਮੰਡੀ ਦੇ ਵਿੱਚ ਫਸਲ ਪਹੁੰਚਣ ਤੋਂ ਲੈ ਕੇ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਇੱਕ ਇਸ ਤਰ੍ਹਾਂ ਦੀ ਮੁਸ਼ਕਲ ਹੈ ਜਿਸ ਦਾ ਹੱਲ ਜਿਹੜਾ ਹੈ ਉਹ ਆੜ੍ਹਤੀਆਂ ਦੇ ਵੱਲੋਂ ਇਹ ਨਿਕਾਲਿਆ ਗਿਆ ਹੈ ਕਿ ਅਗਰ ਬਟਾਲਾ ਮੰਡੀ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਪਹੁੰਚਣਾ ਚਾਹੁੰਦੇ ਹਨ ਤਾਂ ਉਹ ਸਵੇਰ ਦੇ 12 ਵਜੇ ਤੋਂ ਪਹਿਲਾਂ ਆਪਣੀ ਫਸਲ ਲੈ ਕੇ ਪਹੁੰਚਣ, ਤਾਂ ਹੀ ਉਹਨਾਂ ਦੀ ਫਸਲ ਟਾਈਮ ਸਿਰ ਤੁਲਾਈ ਹੋਏਗੀ, ਤਾਂ ਹੀ ਟਾਈਮ ਸਿਰ ਖਰੀਦ ਹੋਏਗੀ। ਅਗਰ 12 ਵਜੇ ਤੋਂ ਬਾਅਦ ਲੈ ਕੇ ਪਹੁੰਚਦੇ ਹਨ ਤਾਂ ਉਹਨਾਂ ਨੂੰ ਇੱਕ ਰਾਤ ਜਾਂ 2 ਰਾਤ ਦਾ ਇੰਤਜ਼ਾਰ ਕਰਨਾ ਪਏਗਾ। ਕਾਰਨ ਇਸ ਦਾ ਇਹ ਹੈ ਕਿ ਮੰਡੀ ਦੇ ਵਿੱਚ ਫਸਲ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ, ਜਿਸ ਦੇ ਕਾਰਨ ਜ਼ਿਆਦਾ ਵਾਹਨ ਆਉਣੇ ਸ਼ੁਰੂ ਹੋ ਗਏ ਹਨ। ਟਰੱਕਾਂ ਦੇ ਵਿੱਚ ਤੁਲਾਈ ਹੁੰਦੀ ਹੈ, ਟਰੱਕਾਂ ਨੇ ਵੀ ਫਸਲ ਲੈ ਕੇ ਬਾਹਰ ਜਾਣਾ ਹੁੰਦਾ, ਜਿਸ ਦੇ ਕਾਰਨ ਮੰਡੀ ਦੇ ਵਿੱਚ ਜਾਮ ਲੱਗਣਾ ਸ਼ੁਰੂ ਹੋ ਗਿਆ। ਇਸ ਜਾਮ ਤੋਂ ਦੁਖੀ ਹੋ ਕੇ ਆੜ੍ਹਤੀਆਂ ਨੇ ਇਹ ਇੱਕ ਫੈਸਲਾ ਕੀਤਾ ਹੈ। ਕੁਝ ਆੜ੍ਹਤੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਚੱਲ ਕੇ ਗੱਲ ਕਰਦੇ ਹਾਂ। ਉਸ ਤੋਂ ਬਾਅਦ ਕਿਸਾਨਾਂ ਨਾਲ ਵੀ ਗੱਲ ਕਰਾਂਗੇ ਕਿ ਕਿਸਾਨਾਂ ਨੂੰ ਕੀ ਮੁਸ਼ਕਲ ਆ ਰਹੀ ਹੈ। ਇਹ ਫੈਸਲਾ ਕਿਉਂ ਲਿਆ ਗਿਆ ਕਿ 12 ਵਜੇ ਤੋਂ ਪਹਿਲਾਂ ਹੀ ਫਸਲ ਲੈ ਕੇ ਆਓ, ਨਹੀਂ ਤਾਂ ਫਿਰ 1 ਜਾਂ 2 ਰਾਤਾਂ ਕਿਸਾਨਾਂ ਨੂੰ ਉਡੀਕ ਕਰਨੀ ਪਏਗੀ। ਮੈਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਆਪਣੇ ਮਾਧਿਅਮ ਰਾਹੀਂ ਜਿਹੜਾ ਸਾਡੀ ਹੈ ਜਿਹੜੀ ਸਾਰੀ ਨਿਊਜ਼ ਆ ਸਾਡੇ ਸਾਰੇ ਜ਼ਿਮੀਂਦਾਰਾਂ ਭਰਾਵਾਂ ਤੱਕ ਪਹੁੰਚਾ ਰਹੇ ਹੋ। ਮੈਂ ਹੀ ਇਹ ਫੈਸਲਾ ਜਿਹੜਾ ਸਮੁੱਚੇ ਸਾਡਾ ਖਰੀਦਦਾਰ ਭਾਈਚਾਰੇ, ਸਮੁੱਚੇ ਸਾਡੇ ਆੜ੍ਹਤੀ ਭਾਈਚਾਰੇ ਨੇ ਇਸ ਕਰਕੇ ਫੈਸਲਾ ਲਿਆ। ਚੇਅਰਮੈਨ ਮਾਰਕੀਟ ਕਮੇਟੀ ਸਾਹਿਬ ਦੇ ਨੋਟਿਸ ਵਿੱਚ ਵੀ ਇਹ ਗੱਲ ਲਿਆਂਦੀ ਸੀ ਕਿ ਇਹ ਫੈਸਲਾ ਅਸੀਂ ਇਸ ਕਰਕੇ ਲਿਆ, ਜਿਸ ਤਰ੍ਹਾਂ ਹੁਣ ਤੁਸੀਂ ਮੰਡੀ ਦੇ ਵਿੱਚ ਇੰਟਰ ਹੋਏ ਹੋ, ਤੁਹਾਨੂੰ ਖੁਦ ਪਤਾ ਹੈ ਵੀ ਤੁਸੀਂ ਆਪਣੇ ਵਹੀਕਲ 'ਤੇ ਨਹੀਂ ਆ ਸਕਦੇ, ਤੁਸੀਂ ਤੁਰ ਕੇ ਆਏ ਜੀ। ਜਿਹੜਾ ਵੀ ਅਸੀਂ ਮਾਲ ਸਾਡਾ ਮਨੇਰੇ 4 ਵਜੇ ਜਾਂ ਸ਼ਾਮੀ ਕੱਲ੍ਹ 4 ਵਜੇ ਨਿਕਲ ਕੇ ਆ ਜਾਂਦਾ ਆ, ਉਹਦੀ ਰਾਤ ਤਿਆਰੀ ਕਰ ਲਈਦੀ ਆ, ਸਵੇਰੇ ਉਹਦੀ ਬੋਲੀ ਲੱਗ ਜਾਂਦੀ ਆ। 12 ਵਜੇ ਤੱਕ ਜਿਹੜੇ ਜੱਟ ਨੂੰ ਅਸੀਂ ਫ੍ਰੀ ਕਰ ਦਿੰਦੇ ਆ। ਜੇ ਕੋਈ 12 ਵਜੇ ਆਉਂਦਾ ਉਹ 2 ਵਜੇ ਫ੍ਰੀ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਅਸੀਂ ਮਾਲ ਲੈਂਦੇ ਆ ਉਹਦੀ ਮਾਲ ਦੀ ਸਵਾਈ ਹੁੰਦੀ ਆ। ਮਾਲ ਦੀ ਸਵਾਈ ਹੋ ਕੇ ਫਿਰ ਟਰੱਕਾਂ ਦੇ ਵਿੱਚ ਅਸੀਂ ਲੋਡ ਕਰਨਾ ਹੁੰਦਾ। ਜੇ ਅਸੀਂ ਸਾਰਾ ਦਿਨ ਇਸ ਤਰ੍ਹਾਂ ਹੀ ਰੂਟੀਨ ਬਣਾ ਕੇ ਰੱਖਾਂਗੇ ਨਾ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ, ਫਿਰ ਅਸੀਂ ਅੰਦਰ ਵਾਲਾ ਮਾਲ ਉਹਨੂੰ ਬਾਹਰ ਨਹੀਂ ਚੁੱਕ ਕੇ ਖੜ ਸਕਦੇ। ਕਿਉਂ ਰਾਤ ਦੀ ਗੱਲ ਆ, ਸਾਡੀ ਰਾਤ 3 ਕਿਲੋਮੀਟਰ ਤੱਕ ਜਾਮ ਲੱਗਾ ਜਿਹੜਾ ਟਰਾਲੀਆਂ ਦਾ। ਅਸੀਂ ਮੰਡੀ ਦੇ ਵਿੱਚੋਂ ਸਾਡਾ ਮਾਲ ਜਿਹੜਾ ਤਕਰੀਬਨ ਜਿਹੜਾ ਬਹੁਤ ਜ਼ਿਆਦਾ ਚੁੱਕਣ ਵਾਲਾ ਪਿਆ ਸੀਗਾ, ਅਸੀਂ ਕੱਲ੍ਹ ਮੰਡੀ ਵੀ ਬੰਦ ਕਰ ਦਿੱਤੀ ਸੀਗੀ। ਮੰਡੀ ਬੰਦ ਕਰਨ ਦੇ ਨਾਲ ਕੱਲ੍ਹ ਸਾਡਾ ਮਾਲ ਚੁੱਕਿਆ ਗਿਆ ਤੇ ਅੱਜ ਫਿਰ ਮਾਲ ਆਉਣਾ ਸ਼ੁਰੂ ਹੋ ਗਿਆ। ਇਸ ਕਰਕੇ ਅਸੀਂ ਇਹਨੂੰ ਇਹ ਚੀਜ਼ ਪਲਾਨ ਬਣਾਈ ਆ ਵੀ 12 ਵਜੇ ਤੱਕ ਹੀ ਜ਼ਿਮੀਂਦਾਰ ਆਪਣਾ ਮਾਲ ਲੈ ਕੇ ਆਵੇ, ਆਪਣਾ ਮਾਲ ਤਲਾ ਕੇ ਉਹਨੂੰ ਟਾਈਮ ਨਾਲ ਦਿਨੇ ਘਰ ਜਾਵੇ। ਉਸ ਤੋਂ ਬਾਅਦ ਅਸੀਂ ਆਪਣਾ ਮਾਲ ਚੁੱਕੀਏ ਟਰੱਕਾਂ 'ਚ ਲੱਦ ਕੇ ਤੇ ਅਸੀਂ ਅਗਲੇ ਦੇ ਘਰ ਪਹੁੰਚਾਈਏ ਜਿਹਨੇ ਮਾਲ ਪਰਚੇਜ ਕੀਤਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਚੀਜ਼ ਨੂੰ ਲੈ ਕੇ, ਇਸ ਮੁਸ਼ਕਿਲ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਜਾਂ ਮੰਡੀ ਬੋਰਡ ਵੱਲੋਂ ਕੋਈ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ? ਕਿਉਂਕਿ ਕਿਸਾਨ ਤਾਂ ਪਹਿਲਾਂ ਹੀ 6 ਮਹੀਨੇ ਆਪਣੀ ਫਸਲ ਉਡੀਕਦਾ ਤੇ ਫਿਰ ਉਹ ਲੈ ਕੇ ਪਹੁੰਚਦਾ, ਇਸ ਤੋਂ ਹੀ ਉਹਨੇ ਵੇਚ ਕੇ ਕਮਾਈ ਕਰਨੀ ਹੁੰਦੀ, ਆਪਣਾ ਪਰਿਵਾਰ ਚਲਾਉਣਾ ਹੁੰਦਾ। ਤੇ ਲੱਗਦਾ ਨਹੀਂ ਕਿ ਪੁਖਤਾ ਇੰਤਜ਼ਾਮ ਜਿਹੜੇ ਨੇ ਉਹ ਮੰਡੀ ਬੋਰਡ ਵੱਲੋਂ ਕੀਤੇ ਜਾਣੇ ਚਾਹੀਦੇ ਨੇ? ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਮੰਡੀ ਬੋਰਡ ਨੇ ਜਿਹੜੇ ਪ੍ਰਬੰਧ ਕੀਤੇ ਉਹਦੇ 'ਚ ਕੋਈ ਵੀ ਢਿੱਲ ਮੱਠ ਨਹੀਂ। ਪ੍ਰਸ਼ਾਸਨ ਨੇ ਜਿਹੜੇ ਪ੍ਰਬੰਧ ਕੀਤੇ ਉਹ 'ਚ ਕੋਈ ਵੀ ਢਿੱਲ ਮੱਠ ਨਹੀਂ, ਬਹੁਤ ਵਧੀਆ ਪ੍ਰਬੰਧ ਆ। ਸਮੁੱਚੇ ਸਾਰੇ ਜਿਹੜਾ ਭਾਈਚਾਰਾ ਉਹ ਵੀ ਆਪਾਂ ਮੰਡੀਕਰਨ ਬੋਰਡ ਦਾ ਸਾਥ ਦੇ ਰਹੇ ਹਾਂ। ਲੱਗਦਾ ਨਹੀਂ ਇਸ ਟ੍ਰੈਫਿਕ ਨੂੰ ਲੈ ਕੇ ਵੀ ਕੋਈ ਪ੍ਰਬੰਧ ਹੋਣੇ ਚਾਹੀਦੇ? ਟ੍ਰੈਫਿਕ ਨੂੰ ਲੈ ਕੇ ਵੀ ਪ੍ਰਬੰਧ ਹੋਣੇ ਚਾਹੀਦੇ ਆ। ਉਹਦੇ ਨਾਲ ਡੀਸੀ ਸਾਹਿਬ ਨੇ ਖੁਦ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਔਰ ਡਿਊਟੀ ਲਗਾਈ ਆ। ਜਿਹੜੇ ਟ੍ਰੈਫਿਕ ਇੰਚਾਰਜ ਆ ਉਹ ਖੁਦ ਆਪ ਵੀ ਆਉਂਦੇ ਇੱਥੇ, ਉਹਨਾਂ ਨੇ ਆਪਣੇ ਕੋਈ 10-12 ਸਟਾਫ ਦੇ ਜਿਹੜੇ ਬੰਦੇ ਉਹ ਵੀ ਸਾਨੂੰ ਦਿੱਤੇ ਆ, ਮੁਲਾਜ਼ਮ ਦਿੱਤੇ ਆ। ਉਹ ਅਸੀਂ ਇੱਕ ਰੂਟ ਬਣਾ ਰਹੇ ਹਾਂ। ਅਸੀਂ ਕੱਲ੍ਹ ਪਰਸੋਂ ਤੋਂ ਸ਼ੁਰੂ ਹੋਏ ਸੀ, ਅੱਜ ਵੀ ਸਾਡਾ ਬੜਾ ਵਧੀਆ ਤੁਸੀਂ ਵੇਖਿਆ ਕਿ ਅਸੀਂ ਮੰਡੀ ਜਾਮ ਨਹੀਂ ਲੱਗਣ ਦਿੱਤਾ। ਸਵੇਰ ਤੋਂ ਅਸੀਂ ਹੋਰ ਆਪਾਂ ਉਹਨੂੰ ਕੰਟਰੋਲ ਕਰ ਰਹੇ ਹਾਂ ਵੀ ਅਸੀਂ ਇੱਕ ਐਂਟਰੀ ਜਿਹੜੀ ਇੰਟਰ ਹੋਣ ਵਾਸਤੇ ਰੱਖਾਂਗੇ ਤੇ ਇੱਕ ਗੇਟ ਦੀ ਐਂਟਰੀ ਜਿਹੜੀ ਉਹ ਬਾਹਰ ਹੋਣ ਵਾਸਤੇ ਰੱਖਾਂਗੇ। ਇਹ ਸਾਰੇ ਅਸੀਂ ਜਿਹਨੇ ਜ਼ਿਮੀਂਦਾਰ ਭਰਾ ਉਹਨਾਂ ਨੂੰ ਬੇਨਤੀ ਕਰਦੇ ਹਾਂ ਤੁਹਾਡੇ ਮਾਧਿਅਮ ਰਾਹੀਂ ਕਿ ਸਾਡਾ ਸਾਥ ਦਿਓ। ਜਿਹੜੇ ਕੋਈ 10-12 ਦਿਨ ਦਾ ਸੀਜ਼ਨ ਹੈਗਾ, ਸਾਰੇ ਜਾਣੇ ਅਸੀਂ ਇਸ ਸਮੁੱਚੇ ਸਾਰੇ ਭਾਈਚਾਰੇ ਦਾ ਵੀ ਸਾਥ ਦਈਏ ਤੇ ਆਪਣੀਆਂ ਟਰਾਲੀਆਂ ਨੂੰ ਵੀ ਆਪਣਾ ਸਾਈਡ 'ਤੇ ਖਿਲਾਰੀਏ। ਜਿਹੜਾ ਮਾਲ ਲਾ ਕੇ ਜਾਂਦੇ ਕੋਸ਼ਿਸ਼ ਕਰੋ ਉਹਨਾਂ ਟਰਾਲੀਆਂ ਨੂੰ ਆਪਣੇ ਨਾਲ ਹੋਰ ਆਪਣਾ ਭਰਾ ਕੋਈ ਡਰਾਈਵਰ ਨਾਲ ਲੈ ਕੇ ਉਹ ਜਿਹੜੇ ਤੁਹਾਡੇ ਘਰ ਚੱਲ ਜਾਣ ਤੇ ਮੰਡੀ ਵਿੱਚ ਜਾਮ ਨਾ ਲੱਗੇ। ਜੀ ਬਿਲਕੁਲ। ਕੁਝ ਕਿਸਾਨ ਵੀ ਸਾਡੇ ਨਾਲ ਇੱਥੇ ਮੌਜੂਦ ਨੇ, ਉਹਨਾਂ ਨਾਲ ਵੀ ਚੱਲ ਕੇ ਗੱਲ ਕਰ ਲੈਂਦੇ ਹਾਂ। ਕੀ ਕਹਿਣਾ ਚਾਹੁੰਦੇ ਹੋ ਵੀਰ ਜੀ? ਮੰਡੀ ਦੇ ਵਿੱਚ ਆੜ੍ਹਤੀਆਂ ਨੇ ਕਹਿ ਦਿੱਤਾ ਕਿ ਕਿਸਾਨ 12 ਵਜੇ ਤੋਂ ਪਹਿਲਾਂ ਫਸਲ ਲਿਆਉਣਗੇ ਤਾਂ ਹੀ ਟਾਈਮ ਸਿਰ ਖਰੀਦ ਹੋਏਗੀ, ਤਲਾਈ ਹੋਏਗੀ। ਅਗਰ ਬਾਅਦ 'ਚ ਲਿਆਉਂਦੇ ਨੇ ਤਾਂ 2 ਦਿਨ ਵੀ ਰੁਕਣਾ ਪੈ ਸਕਦਾ, 1 ਦਿਨ ਵੀ ਰੁਕਣਾ ਪੈ ਸਕਦਾ, ਕਿਉਂਕਿ ਮੰਡੀ 'ਚ ਜਾਮ ਲੱਗ ਜਾਂਦਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਨਹੀਂ ਭਾਜੀ, ਇਹ ਤਾਂ ਗੱਲ ਠੀਕ ਹੈ ਇਹਨਾਂ ਦੀ ਭਾਜੀ ਉਹਨਾਂ ਦੀ, ਇਹ ਤਾਂ ਮੁਸ਼ਕਲ ਆਉਂਦੀ ਹੈ। ਹਾਂਜੀ। ਤੁਹਾਨੂੰ ਨਹੀਂ ਲੱਗਦਾ ਫਿਰ ਇਹਦੇ ਪੁਖਤਾ ਪ੍ਰਬੰਧ ਹੋਣੇ ਚਾਹੀਦੇ? ਕਿਉਂਕਿ 6-6 ਮਹੀਨੇ ਤੁਸੀਂ ਵੀ ਡੀਕਿਆ ਹੁੰਦਾ, ਆਪਣੀ ਫਸਲ ਨੂੰ ਪਾਲਿਆ ਹੁੰਦਾ ਤੇ ਲੈ ਕੇ ਆਉਂਦੇ ਹੋ ਤਾਂ ਹੀ ਪੈਸੇ ਮਿਲਣੇ ਤੁਹਾਨੂੰ ਨਹੀਂ ਲੱਗਦਾ ਪੁਖਤਾ ਪ੍ਰਬੰਧ ਪ੍ਰਸ਼ਾਸਨ ਵੱਲੋਂ ਹੋਣੇ ਚਾਹੀਦੇ? ਹਾਂਜੀ ਭਾਜੀ, ਇਹ ਤਾਂ ਹੈ।
ਇਹ ਤੇ ਟਾਈਮ ਨਾਲ ਜੇ ਆਪਾਂ ਮੰਨ ਲਓ ਟਾਈਮ ਨਾਲ ਆਵਾਂਗੇ ਤੇ ਟਾਈਮ ਨਾਲ ਵੇਲੇ ਹੋਵਾਂਗੇ। ਜੇ ਆਪਾਂ ਆਵਾਂਗੇ 12 ਵਜੇ ਤੋਂ ਬਾਅਦ ਤੇ ਫਿਰ ਟਾਈਮ ਨਾਲ ਕਿੱਦਾਂ ਵੇਲੇ ਹੋਵਾਂਗੇ? ਫਿਰ ਤੇ ਜਿਹੜੇ ਅੱਗੇ ਢੇਰੀਆਂ ਲੱਗੀਆਂ ਉਹ ਕਿਸੇ ਬੰਨੇ ਲੱਗਣਗੀਆਂ, ਚੁੱਕੀਆਂ ਜਾਣਗੀਆਂ ਤਾਂ ਫਿਰ ਆਪਣੀ ਵਾਰੀ ਆਏਗੀ। ਫਿਰ ਤੇ ਅਗਲੇ ਦਿਨ 'ਚ ਪੈਣਾ ਹੀ ਪੈਣਾ ਉਹ ਵਾਲਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਮੁਸ਼ਕਲ ਨੂੰ ਲੈ ਕੇ? ਕਿਸਾਨ ਕਿਉਂ ਮੁਸ਼ਕਲ ਉਠਾਵੇ? ਜ਼ਰੂਰੀ ਨਹੀਂ ਹੈ ਕਿ ਪ੍ਰਸ਼ਾਸਨ ਹੀ ਇਹਦੇ ਪੁਖਤਾ ਪ੍ਰਬੰਧ ਕਰੇ? ਹਾਂਜੀ, ਇਹ ਤੇ ਟਾਈਮ ਨਾਲ ਅਸੀਂ ਤੇ ਸਵੇਰ ਦੇ ਆਏ ਇਸ ਵਾਸਤੇ ਦੇ, ਪਰ ਇੱਥੇ ਰਸ਼ ਹੀ ਰਸ਼ ਕਰਕੇ ਜਾਮ ਬਹੁਤ ਸੀ, ਜਾਮ ਕਰਕੇ ਫਿਰ ਸਾਡੇ ਕੋਲ ਲੇਟ ਹੋ ਗਿਆ ਥੋੜਾ ਕੰਮ। ਤੁਹਾਨੂੰ ਲੱਗਦਾ ਪ੍ਰਸ਼ਾਸਨ ਨੂੰ ਇਹਦੇ ਪੁਖਤਾ ਪ੍ਰਬੰਧ ਪਹਿਲਾਂ ਹੀ ਕਰ ਲੈਣੇ ਚਾਹੀਦੇ ਹਾਂਜੀ, ਇਹ ਤਾਂ ਗੱਲ ਹੈ, ਠੀਕ ਹੈ ਜੀ, ਤਾਂ ਕਿ ਕਿਸਾਨ ਨੂੰ ਮੁਸ਼ਕਲ ਨਾ ਆਵੇ? ਮੁਸ਼ਕਲ ਨਾ ਆਏ ਜੀ। ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ? ਬਸ ਠੀਕ ਹੈ, ਅਸੀਂ ਤਾਂ ਨੇ ਸਾਨੂੰ ਮੁਸ਼ਕਲ ਨਹੀਂ ਕੋਈ ਆਉਣੀ ਚਾਹੀਦੀ, ਬਸ ਇਹਨਾਂ ਨੂੰ ਆਪ ਪ੍ਰਬੰਧ ਕਰਨਾ ਚਾਹੀਦਾ ਕਿ ਸਾਨੂੰ ਪ੍ਰਸ਼ਾਸਨ ਨੂੰ ਇਹ ਵੀ ਟਾਈਮ ਨਾਲ ਟਾਈਮ ਨਾਲ ਚੁੱਕਣੀ ਚਾਹੀਦੀ ਹੈ। ਜਿਹੜੀ ਪਹਿਲਾਂ ਤਲਾਈ ਹੋਈ ਹੈ ਉਹ ਚੁੱਕੀ ਜਾਏ, ਮੁੜ ਕੇ ਰਸ਼ ਨਾ ਪਏ ਇਸ ਚੀਜ਼ ਦਾ। ਜੀ ਬਿਲਕੁਲ, ਜਿੱਥੇ ਆੜ੍ਹਤੀਆਂ ਨੂੰ ਮੁਸ਼ਕਲ ਆਉਂਦੀ ਦਿਖਾਈ ਦੇ ਰਹੀ ਹੈ ਉੱਥੇ ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ, ਇਸ ਦਾ ਪੁਖਤਾ ਪ੍ਰਬੰਧ ਜਿਹੜਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਕਰਕੇ ਰੱਖਣਾ ਚਾਹੀਦਾ ਹੈ। ਕਿਉਂਕਿ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਬਟਾਲਾ, ਤੇ ਸਭ ਤੋਂ ਜ਼ਿਆਦਾ ਫਸਲ ਕਿਸਾਨ ਲੈ ਕੇ ਇਸ ਮੰਡੀ 'ਚ ਪਹੁੰਚਦੇ ਹਨ। ਤਾਂ ਜਿਹੜਾ ਜਾਮ ਦੀ ਮੁਸ਼ਕਲ ਆ ਰਹੀ ਹੈ ਉਸ ਨੂੰ ਦੇਖਦਿਆਂ ਹੋਇਆਂ ਆੜ੍ਹਤੀਆਂ ਨੇ ਫੈਸਲਾ ਲਿਆ ਕਿ 12 ਵਜੇ ਤੋਂ ਪਹਿਲਾਂ ਜਿਹੜਾ ਲੈ ਕੇ ਆਏਗਾ ਫਸਲ, ਉਸ ਦੀ ਹੀ ਖਰੀਦ ਤੇ ਤੁਲਾਈ ਜਿਹੜੀ ਹੈ ਉਹ ਸਮੇਂ ਪਰ ਹੋ ਪਾਏਗੀ। ਪਰ ਕਿਤੇ ਨਾ ਕਿਤੇ ਕਿਸਾਨਾਂ ਦਾ ਵੀ ਇਹ ਕਹਿਣਾ ਹੈ ਕਿ ਕਿਸਾਨਾਂ ਨੂੰ ਮੁਸ਼ਕਲ ਨਾ ਆਵੇ, ਇਸ ਦਾ ਪ੍ਰਸ਼ਾਸਨ ਨੂੰ ਪਹਿਲਾਂ ਹੀ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਹਨ। ਕੈਮਰਾ ਪਰਸਨ ਨਿਸ਼ਾਂਤ ਗੋਇਲ ਦੇ ਨਾਲ ਭੋਪਾਲ ਸਿੰਘ, ਲਿਵਿੰਗ ਇੰਡੀਆ ਨਿਊਜ਼, ਗੁਰਦਾਸਪੁਰ।